ਕੂਲੇ ਵਰਗੀ ਵਾਲੀ ਟੀਮ ਨੂੰ ਲੈ ਕੇ ਉਹ ਲੋਕਾਂ ਨੂੰ ਡਰਾਉਂਦਾ ਰਿਹਾ। ਈਵਨ ਕਿ ਜੱਜਾਂ ਤੱਕ ਨੂੰ ਵੀ ਕਿਡਨੈਪ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ। ਇਹਦੀ ਜਿਹੜੀ ਬੈਕਗਰਾਉਂਡ ਆ ਉਹ ਕ੍ਰਿਮੀਨਲ ਆ। ਜਿਹੜੇ ਪਹਿਲੀ ਗੱਲ ਤੇ ਇਹਦਾ ਡੀਜੀਪੀ ਲੱਗਣਾ ਹੀ ਸ਼ੱਕ ਦੇ ਘੇਰੇ 'ਚ ਆ। ਜਦੋਂ ਕਿਸੇ ਦੇ ਉੱਤੇ ਵੀ ਇੱਕ FIR ਦਰਜ ਹੋ ਦਿੰਦੀ ਆ ਤਾਂ ਉਹਦੇ ਰੈਂਕ ਦੇ ਉੱਤੇ ਲਾਲ ਲਾਈਨ ਲੱਗ ਜਾਂਦੀ ਆ ਉਹਦੀ ਤਰੱਕੀ ਦੇ ਉੱਤੇ, ਉਹਦੀ ਨੌਕਰੀ ਦੇ ਵਿੱਚ। ਤੇ ਆਰਮੀ ਵਿੱਚ ਇਹਨੂੰ ਕੋਰਟ ਮਾਰਸ਼ਲ ਕਹਿੰਦੇ ਆ ਤੇ ਉਹਦੀ ਤਰੱਕੀ ਰੁਕ ਜਾਂਦੀ ਆ। ਤੇ ਇਹਨੂੰ DGP ਲਾਉਣਾ ਪਹਿਲੇ ਨੰਬਰ ਵਾਲਿਆਂ ਨੂੰ ਛੱਡ ਕੇ 9ਵੇਂ ਨੰਬਰ ਵਾਲਿਆਂ ਨੂੰ ਇਹ ਕਿਤੇ ਨਾ ਕਿਤੇ ਬੜੇ ਸੰਦੇਹ ਪੈਦਾ ਕਰਦਾ। ਗੱਲ ਕੀਤੀ ਜਾਵੇ 2008 ਦੇ ਵਿੱਚ ਇਹ ਕੇਸ ਕੁਐਸ਼ ਹੋ ਜਾਂਦਾ। ਉਸ ਟਾਈਮ ਬਾਦਲਾਂ ਦੀ ਸਰਕਾਰ ਪੰਜਾਬ ਦੇ ਵਿੱਚ ਚਰਚਾ ਹੈ ਜਾਂ ਬਾਦਲਾਂ ਵੱਲੋਂ ਪੈਰਵਾਈ ਕੀਤੀ ਜਾਂਦੀ ਹੈ, ਸਰਕਾਰੀ ਤੌਰ ਤੇ ਪੈਰਵਾਈ ਕੀਤੀ ਵੀ ਸਾਡਾ ਅਫਸਰ ਪਾਕ ਸਾਫ ਆ ਵੀ ਇਹ 'ਤੇ ਕੋਈ ਮੁਕੱਦਮਾ ਨਾ ਚਲਾਇਆ ਜਾਵੇ। ਤੇ ਬਾਦਲ ਤਾਂ ਅੱਜ ਕਹਿੰਦਾ ਸੀ ਪੰਥ ਤੇ ਵੱਡੇ ਹਤੈਸ਼ੀ ਆ, ਸਾਡੇ ਵੱਡਾ ਪੰਥ ਹਤੈਸ਼ੀ ਕੋਈ ਨਹੀਂ ਹੈਗਾ। ਫਿਰ ਅਜਿਹੇ ਮਾਹੌਲ ਵਿੱਚ ਸਹੀ ਕੌਣ ਆ? ਸੁਮੇਧ ਸੈਣੀ ਸਹੀ ਆ, ਬਾਦਲ ਸਹੀ ਨੇ, ਜਾਂ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਯਾਰ ਵੀ ਇਹਨੇ ਕਤਲੇਆਮ ਕੀਤਾ, ਤੁਸੀਂ ਸਹੀ ਹੋ? ਕੌਣ ਸਹੀ ਹੈ ਜੀ ਫਿਰ? ਸੈਣੀ ਦੀ ਬਦੌਲਤ ਹੀ ਬਾਦਲ ਪਰਿਵਾਰ ਪੰਜਾਬ ਦੀ ਰਾਜ ਸਭਾ ਦੇ ਉੱਤੇ ਆਇਆ ਵਾ। ਤੇ ਜਿਹੜਾ ਬੰਦਾ ਕਿਸੇ ਨੂੰ ਰਾਜ ਗੱਦੀ ਤੇ ਬਹਾਉਂਦਾ ਆ ਤੇ ਉਹਦੀ ਪੁਸ਼ਤ ਪਨਾਈ ਤੇ ਫਿਰ ਬਾਦਲ ਪਰਿਵਾਰ ਕਰੂਗਾ। ਖਾਲਸਾ ਜੀ, ਗੱਲ ਕੀਤੀ ਜਾਵੇ ਖਾੜਕੂਵਾਦ ਦੀ ਗੱਲ ਕੀਤੀ ਆ ਵੀ ਖਾੜਕੂਆਂ ਨੇ ਉਸ ਟਾਈਮ, ਤੁਸੀਂ ਵੀ ਗੱਲ ਕੀਤੀ ਵੀ ਹਮਲਾ ਹੋਇਆ ਇਹਨਾਂ ਤੇ, ਜੋ ਉਸ ਟਾਈਮ ਹਿੰਦੂ ਜਥੇਬੰਦੀਆਂ ਵੀ ਕਹਿੰਦੀਆਂ ਨੇ। ਤੇ ਪਿਛਲੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਵਿਧਾਨ ਸਭਾ 'ਚ ਬਿਆਨ ਦਿੱਤਾ ਸੀ ਵੀ 35,000 ਦੇ ਕਰੀਬ ਆ ਜਿਹੜੇ ਹਿੰਦੂ ਮਾਰੇ ਗਏ ਨੇ ਖਾੜਕੂਵਾਦ ਦੌਰਾਨ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਲੋਕ ਜਿਹੜੇ DGP ਬਣਦੇ ਆ, ਜਿਹੜੀ ਆਪਣੀ ਮਾਸੀ ਆਪਣੀ ਭੈਣ ਦੇ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਲੈਂਦੇ ਆ, ਉੱਥੇ ਵੀ ਆਪਣਾ ਰੋਬ ਵਰਤਦੇ ਆ ਕਿ ਇਹ ਆਪਣੇ ਹਿੰਦੂ ਭਰਾਵਾਂ ਨੂੰ ਇਹ ਖੁਦ ਨਹੀਂ ਕਤਲ ਕਰ ਸਕਦੇ ਤੇ ਖਾੜਕੂ ਸਭਾ ਦੇ ਗੱਲ ਨਹੀਂ ਮੜਿਆ ਜਾ ਸਕਦਾ। ਜ਼ਰੂਰੀ ਇਹ ਵੀ ਜਾਂਚ ਦਾ ਵਿਸ਼ਾ ਆ। ਸਰ, ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਜਿਵੇਂ ਕਿ ਸਭ ਨੂੰ ਪਤਾ ਹੈ 1991 ਅਗਵਾ ਕਾਂਡ ਦੇ ਵਿੱਚ ਸਾਬਕਾ DGP ਸੁਮੇਧ ਸੈਣੀ ਦੇ FIR ਦਰਜ ਕੀਤੀ ਗਈ ਹੈ। ਹਾਲਾਂਕਿ ਉਹਨਾਂ ਨੂੰ ਅਦਾਲਤ ਵੱਲੋਂ ਕੁਛ ਰਾਹਤ ਦਿੱਤੀ ਗਈ ਹੈ, ਅਗਾਊਂ ਜ਼ਮਾਨਤ ਦਿੱਤੀ ਗਈ ਹੈ, ਪਰ ਉਹਨਾਂ 'ਤੇ ਜਿਹੜੇ ਦੋਸ਼ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਸਿੱਖ ਜਥੇਬੰਦੀਆਂ ਦੋਸ਼ ਲਗਾ ਰਹੀਆਂ ਨੇ, ਸੀਨੀਅਰ ਵਕੀਲ ਨੇ ਉਹ ਵੱਡੇ ਦੋਸ਼ ਲਗਾ ਰਹੇ ਨੇ ਵੀ ਉਸ ਸਮੇਂ ਵਿੱਚ ਸੁਮੇਧ ਸੈਣੀ ਦੀ ਜਿਹੜੀ ਭੂਮਿਕਾ ਸੀ ਉਹ ਬਹੁਤ ਜ਼ਿਆਦਾ ਖਤਰਨਾਕ, ਕਹਿ ਸਕਦੇ ਹਾਂ ਖਤਰਨਾਕ ਸੀ। ਉਸੇ ਭੂਮਿਕਾ ਨੂੰ ਜਾਣਨ ਵਾਸਤੇ ਅੱਜ ਅਸੀਂ ਆਏ ਹਾਂ ਭਾਈ ਸੁਖਜੀਤ ਸਿੰਘ ਖੋਸਾ ਜੀ ਦੇ ਕੋਲ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਉਹਨਾਂ ਦਾ ਇਸ ਵਿਸ਼ੇ 'ਤੇ ਕੀ ਕਹਿਣਾ। ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਵੀ ਤੁਸੀਂ ਸੱਚ ਦੀ ਭਾਲ ਵਿੱਚ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਕਿਉਂਕਿ ਪੰਜਾਬੀਆਂ ਦਾ ਸੁਭਾਅ ਆ, ਉਹ ਧਰਮ ਕਿਹੜੇ 'ਚ ਵੀ ਹੋਣ, ਕਿਹੜੇ ਵੀ ਸਭਾ ਸੁਸਾਇਟੀ 'ਚ ਹੋਣ, ਪਰ ਉਹ ਸੱਚ ਦੀ ਭਾਲ ਜ਼ਰੂਰ ਕਰਦੇ ਆ। ਤੁਸੀਂ ਕਰਫਿਊ ਦੌਰਾਨ ਟੀਮ ਸਮੇਤ ਇੱਥੇ ਸਾਡੇ ਕੋਲ ਪਹੁੰਚੇ ਹੋ, ਤੁਹਾਡਾ ਜੀ ਆਇਆਂ ਨੂੰ ਸਵਾਗਤ ਹੈ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਆ ਸਾਬਕਾ DGP ਸੁਮੇਧ ਸੈਣੀ ਦੀ, ਉਹ ਕੋਈ ਲੁਕੀ ਛੁਪੀ ਗੱਲ ਨਹੀਂ। ਉਹ ਪੂਲੇ ਦਾ ਸਾਥੀ ਸੀ ਤੇ ਪੂਲੇ ਦੀਆਂ ਕੀ ਕਰਤੂਤਾਂ ਆ ਉਹ ਜੱਗ ਜ਼ਾਹਰ ਹੋ ਚੁੱਕੀਆਂ ਆ। ਤੇ ਪੂਲੇ ਵਰਗੀ ਵਾਲੀ ਟੀਮ ਨੂੰ ਲੈ ਕੇ ਉਹ ਲੋਕਾਂ ਨੂੰ ਡਰਾਉਂਦਾ ਰਿਹਾ। ਈਵਨ ਕਿ ਜੱਜਾਂ ਤੱਕ ਨੂੰ ਵੀ ਕਿਡਨੈਪ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ। ਉਹ ਜਿਹੜਾ ਹੈਗਾ 1995 ਵਿੱਚ ਇੱਕ ਇਹਨਾਂ ਦੀ ਮਾਸੀ ਹੈਗੀ ਆ ਸੈਣੀ ਮੋਟਰ ਵਾਲੇ ਲੁਧਿਆਣਾ 'ਚ। ਇਹਨਾਂ ਦੀ ਜਿਹੜੀ ਮਾਸੀ ਹੈਗੀ ਆ ਉਹ ਆਪਣੇ ਦਿਓਰ ਨੂੰ ਸਮੇਧ ਸੈਣੀ ਦੀ ਭੈਣ ਦਾ ਸਾਕ ਲੈ ਆਉਂਦੀ, ਰਿਸ਼ਤਾ ਲੈ ਆਉਂਦੀ ਹੈ, ਰਿਸ਼ਤੇਦਾਰੀ 'ਚ ਬਦਲ ਜਾਂਦਾ ਆ। ਤੇ ਘਰ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ। ਉਦੋਂ ਇਹ SSP ਲੁਧਿਆਣਾ ਸੀਗੇ। ਇਹਨਾਂ ਨੇ ਸੈਣੀ ਮੋਟਰ ਦੇ ਫਾਈਨਾਂਸਰਾਂ ਨੂੰ ਵੀ ਦਬਾਇਆ, ਧਮਕਾਇਆ ਕਿ ਤੁਸੀਂ ਇਹਨਾਂ ਦੀ ਮਦਦ ਨਾ ਕਰੋ। ਪਰ ਜਦੋਂ 364 201 ਦਾ ਇਹਨਾਂ 'ਤੇ ਮੁਕੱਦਮਾ ਫਿਰ ਦਰਜ ਹੋਇਆ, ਕੇਸ ਚੱਲਿਆ, ਜਦੋਂ ਅਦਾਲਤ ਵਿੱਚ ਗਏ ਤਾਂ ਇਹਨਾਂ ਨੇ ਪੂਲੇ ਨੂੰ ਲੈ ਕੇ ਉਸ ਜੱਜ ਨੂੰ ਹੀ ਕਿਡਨੈਪ ਕਰ ਲਿਆ, ਬੰਦੀ ਬਣਾ ਲਿਆ। ਉੱਥੇ 60-70 ਨਿਹੰਗ ਲੈ ਕੇ, ਨਾਲ ਨਿਹੰਗ ਬਾਣੇ ਵਾਲੀ ਫੌਜ ਲੈ ਕੇ ਤੇ ਪੂਲੇ ਨੂੰ ਨਾਲ ਲੈ ਕੇ ਉੱਥੇ ਉਹਨੂੰ ਬੰਦੀ ਬਣਾਇਆ ਤੇ ਆਰਮੀ ਬੁਲਾ ਕੇ ਜਿਹੜਾ ਜੱਜ ਨੂੰ ਛਡਾਉਣਾ ਪਿਆ। ਇੱਥੋਂ ਤੱਕ ਦੀ ਨੌਬਤ ਆਈ। ਹੁਣ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਇਹ ਕਿੱਡਾ ਕਰਪਟ ਬੰਦਾ ਆ ਜੀ। ਸਹੀ, ਤੁਸੀਂ ਇਹ ਗੱਲ ਕੀਤੀ ਆ ਲੁਧਿਆਣਾ ਕਾਂਡ ਦੇ, ਸਭ ਨੂੰ ਪਤਾ ਹੈ ਜਿਹੜਾ ਆਹ 1991 ਵਾਲਾ ਕਾਂਡ ਹੈ, 29 ਸਾਲ ਬਾਅਦ ਪਹਿਲਾਂ ਇਹ ਕੇਸ ਚੱਲਣਾ, ਫਿਰ ਇੱਕ ਹਿਸਾਬ ਨਾਲ ਕੁਐਸ਼ ਹੋ ਜਾਣਾ, ਕੇਸ ਬੰਦ ਹੋ ਜਾਣਾ ਤੇ ਦੁਬਾਰਾ 29 ਸਾਲ ਬਾਅਦ ਉਹ ਖੁੱਲ੍ਹਣਾ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਸਾਰਾ ਇਹਦੀ ਜਿਹੜੀ ਬੈਕਗਰਾਉਂਡ ਆ ਉਹ ਕ੍ਰਿਮੀਨਲ ਆ। ਜਿਹੜੇ ਪਹਿਲੀ ਗੱਲ ਤੇ ਇਹਦਾ DGP ਲੱਗਣਾ ਹੀ ਸ਼ੱਕ ਦੇ ਘੇਰੇ 'ਚ ਆ।
ਜਦੋਂ ਕਿਸੇ ਦੇ ਉੱਤੇ ਵੀ ਇੱਕ FIR ਦਰਜ ਹੋ ਜਾਂਦੀ ਆ ਤਾਂ ਉਹਦੇ ਰੈਂਕ ਦੇ ਉੱਤੇ ਲਾਲ ਲਾਈਨ ਲੱਗ ਜਾਂਦੀ ਆ ਉਹਦੀ ਤਰੱਕੀ ਦੇ ਉੱਤੇ, ਉਹਦੀ ਨੌਕਰੀ ਦੇ ਵਿੱਚ। ਤੇ ਆਰਮੀ ਵਿੱਚ ਇਹਨੂੰ ਕੋਰਟ ਮਾਰਸ਼ਲ ਕਹਿੰਦੇ ਆ, ਤੇ ਉਹਦੀ ਤਰੱਕੀ ਰੁਕ ਜਾਂਦੀ ਆ। ਤੇ ਇਹਨੂੰ DGP ਲਾਉਣਾ ਪਹਿਲੇ ਨੰਬਰ ਵਾਲਿਆਂ ਨੂੰ ਛੱਡ ਕੇ 9ਵੇਂ ਨੰਬਰ ਵਾਲਿਆਂ ਨੂੰ, ਇਹ ਕਿਤੇ ਨਾ ਕਿਤੇ ਬੜੇ ਸੰਦੇਹ ਪੈਦਾ ਕਰਦਾ। ਦੂਜਾ ਜਿਹੜਾ ਬਲਵੰਤ ਸਿੰਘ ਮਲਤਾਨੀ ਹੈਗਾ, ਬਲਵੰਤ ਸਿੰਘ ਮਲਤਾਨੀ ਉਦੋਂ ਉਹਨਾਂ ਦਿਨਾਂ ਵਿੱਚ 1991 ਵਿੱਚ ਇਹਦੇ ਉੱਤੇ ਅਟੈਕ ਹੁੰਦਾ ਆ, ਖੜਕੂ ਸਫਾ ਵੱਲੋਂ ਹੁੰਦਾ ਆ, ਕਿਉਂਕਿ ਇਹਦੀਆਂ ਜਿਹੜੀਆਂ ਐਕਟੀਵਿਟੀ ਸੀਗੀਆਂ ਉਹ ਖੜਕੂ ਉਹਦਾ ਵਿਰੋਧ ਕਰਦੇ ਸੀ, ਕਿਉਂਕਿ ਦੋਸ਼ੀਆਂ ਨੂੰ ਇਹਨੇ ਮਾਰਿਆ। ਬੜੇ ਹੀ ਲੋਕ ਇਹਨੇ ਸਿੱਖ ਨੌਜਵਾਨ ਜਿਹੜੇ ਆ ਨਹਿਰਾਂ ਨਾਲਿਆਂ ਦੇ ਵਿੱਚ ਝੂਠੇ ਮੁਕਾਬਲੇ ਬਣਾ ਕੇ ਰੋੜ ਦਿੱਤੇ, ਖੁਰਦ-ਬੁਰਦ ਕਰ ਦਿੱਤੇ, ਉਹਦਾ ਅਟੈਕ ਹੁੰਦਾ। ਇਹਨੂੰ ਇਹ ਸ਼ੱਕ ਪੈਂਦੀ ਆ ਕਿ ਸ਼ਾਇਦ ਬਲਵੰਤ ਸਿੰਘ ਮਲਤਾਨੀ ਜਿਹੜੇ ਜੇਈ ਦੀ ਨੌਕਰੀ ਕਰਦੇ ਸੀ ਵੀ ਉਹ ਮੇਰੇ ਤੇ ਸ਼ਾਇਦ ਅਟੈਕ ਉਹਨਾਂ ਨੇ ਕੀਤਾ। ਉਹ ਪਿੱਛਾ ਕਰਦਾ ਇਹ ਲੁਧਿਆਣੇ ਪਹੁੰਚ ਜਾਂਦਾ। ਉੱਥੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਇਹਨੂੰ ਪਤਾ ਲੱਗਦਾ ਕਿ ਉਹਨਾਂ ਦੇ ਨਾਲ ਬਹਿਣੀ ਉੱਠਣੀ ਆ, ਐਵੀਡੈਂਸ ਕੋਈ ਵੀ ਨਹੀਂ ਮਿਲਦਾ। ਪਰੰਤੂ ਇਹ ਉਸੇ ਹੀ ਗੁੱਸੇ ਵਿੱਚ ਪ੍ਰੋਫੈਸਰ ਸਾਹਿਬ ਦੇ ਪਿਓ ਨੂੰ, ਉਹਨਾਂ ਦੇ ਮਾਸੜ ਨੂੰ ਚੱਕ ਕੇ ਮਾਰ ਦਿੰਦਾ, ਦਰਿਆ ਵਿੱਚ ਰੋੜ ਦਿੰਦਾ, ਲਾਸ਼ਾਂ ਵਗੈਰਾ ਖੁਰਦ-ਬਿਰਦ ਕਰ ਦਿੰਦਾ ਸਾਰਾ ਕੁਝ। ਔਰ ਬਲਵੰਤ ਸਿੰਘ ਮਲਤਾਨੀ ਨੂੰ ਵੀ ਅੰਨਾ ਤਸ਼ੱਦਦ ਢਾਉਂਦਾ ਆ ਇਹ, ਤੇ ਉਹਨਾਂ ਦੀ ਲਾਸ਼ ਵੀ ਇਦਾਂ ਹੀ ਇਹ ਖੁਰਦ-ਬੁਰਦ ਕਰ ਦਿੰਦਾ। ਉਹ ਪਰਿਵਾਰ ਨੇ ਜਦੋਂ ਫਿਰ 2009 ਵਿੱਚ ਜਸਟਿਸ ਮਹਤਾਬ ਸਿੰਘ ਗਿੱਲ ਹੁਣਾਂ ਨੇ ਇੱਕ ਇਨਫੋਰਮੇਸ਼ਨ ਲਈ ਸਰਕਾਰ ਕੋਲੋਂ ਕਿ ਆ ਫਲਾਂ ਜਿਹੜੇ ਨੌਜਵਾਨ ਹੈਗੇ ਆ, ਇਹ ਦੱਸਿਆ ਜਾਵੇ ਵੀ ਕਿੱਥੇ ਹੈਗੇ ਨੇ, ਜਾਂ ਇਹ ਮਾਰ ਦਿੱਤੇ ਗਏ ਆ, ਜਾਂ ਜਿਉਂਦੇ ਨੇ, ਜਾਂ ਕਿੱਥੇ ਨੇ। ਤੇ ਫਿਰ ਪਤਾ ਲੱਗਾ ਕਿ ਇਹਨਾਂ ਦੀ ਜਿਹੜੀ CBI ਜਾਂਚ ਹੋਈ ਵੀ ਇਹਨਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਹੋਇਆ। ਉਹ ਅਦਾਲਤ 'ਚ ਜਾਂਦੇ ਆ, CBI ਅਦਾਲਤ ਤੇ ਪਰਚਾ ਕਰਦੀ ਆ। ਫਿਰ ਜਿਨ੍ਹਾਂ ਦੇ ਪਿੱਛੇ ਬਾਦਲ ਪਰਿਵਾਰ ਖੜਾ ਹੋ ਜਾਵੇ ਤੇ ਉਹਨਾਂ ਨਾਲ ਫਿਰ ਬਾਦਲ ਇਹਦਾ ਸਾਇਆ ਬਣ ਜਾਂਦੇ ਆ। ਬਾਦਲ ਸੁਪਰੀਮ ਕੋਰਟ ਤੱਕ ਜਾਂਦੇ ਆ, ਇਹਦੀ ਕੁਐਸ਼ਨ ਕਰਵਾ ਲੈਂਦੇ ਆ। ਪਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਸ਼ਿਕਾਇਤ ਕਰਤਾ ਆ ਇਹ ਹੇਠਲੀ ਅਦਾਲਤ ਵਿੱਚ ਆਪਣੀ ਚਾਰਾਜੋਈ ਕਰ ਸਕਦਾ ਆ। ਪਰ ਇਹ ਜਿਹੜਾ ਦੋਸ਼ੀ ਸੀਗਾ ਐਡਾ ਜਾਬਰ ਸੀ, ਐਡਾ ਭੈ ਵਾਲਾ ਸੀਗਾ, ਦਬਾਊ ਸੀ, ਕਿਸੇ ਨੇ ਅੱਜ ਤੱਕ ਉਹ ਗੱਲ ਫਿਰ ਕੀਤੀ ਨਹੀਂ। ਤੇ ਹੁਣ ਜਾ ਕੇ ਇਹ ਜਿਹੜੀ ਗੱਲ ਹੋਈ ਹੈਗੀ ਆ, ਤੇ ਇਹ ਇੱਕ ਚੰਗਾ ਸੰਕੇਤ ਵੀ ਹੈਗਾ ਆ ਕਿ ਦੇਰ ਆਏ ਦਰੁਸਤ ਆਏ। ਪਰ ਜਿਹੜੀ ਉਹਨੂੰ ਜ਼ਮਾਨਤ ਮਿਲ ਜਾਣੀ ਆ ਗਾਊ, ਇਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਆਉਂਦੀ ਆ। ਖਾਲਸਾ ਜੀ, ਗੱਲ ਕੀਤੀ ਜਾਵੇ 2008 ਦੇ ਵਿੱਚ ਇਹ ਕੇਸ ਕੁਐਸ਼ ਹੋ ਜਾਂਦਾ। ਉਸ ਟਾਈਮ ਬਾਦਲਾਂ ਦੀ ਸਰਕਾਰ ਪੰਜਾਬ ਦੇ ਵਿੱਚ ਚਰਚਾ ਹੈ ਜਾਂ ਬਾਦਲਾਂ ਵੱਲੋਂ ਪੈਰਵਾਈ ਕੀਤੀ ਜਾਂਦੀ ਹੈ, ਸਰਕਾਰੀ ਤੌਰ ਤੇ ਪੈਰਵਾਈ ਕੀਤੀ ਵੀ ਸਾਡਾ ਅਫਸਰ ਪਾਕ ਸਾਫ ਆ ਵੀ ਇਹ 'ਤੇ ਕੋਈ ਮੁਕੱਦਮਾ ਨਾ ਚਲਾਇਆ ਜਾਵੇ। ਤੇ ਬਾਦਲ ਤਾਂ ਅੱਜ ਕਹਿੰਦਾ ਸੀ ਪੰਥ ਦੇ ਵੱਡੇ ਹਤੈਸ਼ੀ ਆ, ਸਾਡੇ ਵੱਡਾ ਪੰਥ ਹਤੈਸ਼ੀ ਕੋਈ ਨਹੀਂ ਹੈਗਾ। ਫਿਰ ਅਜਿਹੇ ਮਾਹੌਲ ਵਿੱਚ ਸਹੀ ਕੌਣ ਆ? ਸੁਮੇਧ ਸੈਣੀ ਸਹੀ ਆ, ਬਾਦਲ ਸਹੀ ਨੇ, ਜਾਂ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਯਾਰ ਵੀ ਇਹਨੇ ਕਤਲੇਆਮ ਕੀਤਾ, ਤੁਸੀਂ ਸਹੀ ਹੋ? ਕੌਣ ਸਹੀ ਹੈ ਜੀ ਫਿਰ? ਦੇਖੋ ਜੀ, ਇਹ ਤਾਂ ਆਪਾਂ ਹੁਣ ਕੋਈ ਗੱਲ ਕਰ ਰਹੇ ਹਾਂ ਅੱਜ ਦੀ ਗੱਲ, 10 ਸਾਲ ਬਾਅਦ ਜਾਂ 15 ਸਾਲ ਬਾਅਦ ਪੁੱਛੀ ਜਾਵੇ, ਜੇ ਤਾਂ ਸੱਚ ਦੱਸਾਂਗੇ ਤੇ ਜੋ ਗੱਲ ਅੱਜ ਹੋ ਰਹੀ ਹੈ, ਤੇ ਇਹ ਜੇ ਸਾਡੇ ਕੋਲ ਕੋਈ ਪੁੱਛਣੀ ਚਾਹੂਗਾ, ਖੋਸਾ ਕੋਲੋਂ ਪੁੱਛੇ, ਧੁੰਨਾ ਜੀ ਕੋਲੋਂ ਪੁੱਛੇ, ਤੇ ਗੱਲ ਇੱਕ ਹੋਈ ਫਿਰ ਤਾਂ ਸੱਚ ਹੋ ਜੂ। ਤੇ ਜੇ ਦੋਹਾਂ ਦੇ ਬਿਆਨ ਬਦਲ ਗਏ ਤੇ ਕਹਾਣੀ ਝੂਠੀ ਹੋ ਜੂ। ਹੁਣ ਸੇਵਾ ਸਿੰਘ ਸੇਖਵਾਂ ਬਾਦਲ ਦੇ ਹਿੱਸੇਦਾਰ ਸੀ, ਉਹ ਚੀਕ ਕੇ ਕਹਿ ਰਿਹਾ ਕਿ ਸਾਡਾ ਮੈਨੀਫੈਸਟੋ ਸੀਗਾ 1996-97 ਦੀਆਂ ਚੋਣਾਂ ਦਾ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਨੌਜਵਾਨੀ ਦਾ ਘਾਣ ਕੀਤਾ ਆ, ਉਹਨਾਂ ਨੂੰ ਅਸੀਂ ਇੱਕ ਕਮੇਟੀ ਬਣਾ ਕੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਲਵਾਂਗੇ ਤੇ ਉਹਨਾਂ ਤੇ ਪਰਚੇ ਦਰਜ ਕਰਾਂਗੇ। ਪਰ ਹੋਇਆ ਨਹੀਂ। ਬਾਦਲ ਪਰਿਵਾਰ ਨੂੰ ਇਹ ਚੰਗਾ ਨਹੀਂ ਲੱਗਾ, ਕਿਉਂਕਿ ਬਾਦਲ ਪਰਿਵਾਰ ਦੀ ਬਦੌਲਤ ਹੀ, ਸੈਣੀ ਦੀ ਬਦੌਲਤ ਹੀ ਬਾਦਲ ਪਰਿਵਾਰ ਪੰਜਾਬ ਦੀ ਰਾਜ ਸਭਾ ਦੇ ਉੱਤੇ ਆਇਆ ਵਾ। ਤੇ ਜਿਹੜਾ ਬੰਦਾ ਕਿਸੇ ਨੂੰ ਰਾਜਗੱਦੀ ਤੇ ਬਹਾਉਂਦਾ ਆ ਤੇ ਉਹਦੀ ਪੁਸ਼ਤ ਪਨਾਹੀ ਤੇ ਫਿਰ ਬਾਦਲ ਪਰਿਵਾਰ ਕਰੂਗਾ। ਬਾਦਲ ਪਰਿਵਾਰ ਨੇ ਉਹਦੀ ਪੁਸ਼ਤ ਪਨਾਹੀ ਕੀਤੀ ਆ। ਬਾਦਲ ਪਰਿਵਾਰ ਵੀ ਉਨਾ ਹੀ ਦੋਸ਼ੀ ਆ ਜਿੰਨਾ ਸੁਮੇਧ ਸਿੰਘ ਸੈਣੀ ਦੋਸ਼ੀ ਹੈਗਾ। ਖਾਲਸਾ ਜੀ, ਗੱਲ ਕੀਤੀ ਜਾਵੇ ਖਾੜਕੂਵਾਦ ਦੀ ਗੱਲ ਕੀਤੀ ਆ ਵੀ ਖਾੜਕੂਆਂ ਨੇ ਉਸ ਟਾਈਮ, ਤੁਸੀਂ ਵੀ ਗੱਲ ਕੀਤੀ ਵੀ ਹਮਲਾ ਹੋਇਆ ਇਹਨਾਂ ਤੇ, ਜੋ ਉਸ ਟਾਈਮ ਹਿੰਦੂ ਜਥੇਬੰਦੀਆਂ ਵੀ ਕਹਿੰਦੀਆਂ ਨੇ, ਤੇ ਪਿਛਲੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਵਿਧਾਨ ਸਭਾ 'ਚ ਬਿਆਨ ਦਿੱਤਾ ਸੀ ਵੀ 35,000 ਦੇ ਕਰੀਬ ਆ ਜਿਹੜੇ ਹਿੰਦੂ ਮਾਰੇ ਗਏ ਨੇ ਖਾੜਕੂਵਾਦ ਦੌਰਾਨ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਹਰ ਇੱਕ ਦੀ ਜਾਂਚ ਹੋਣੀ ਚਾਹੀਦੀ ਆ। ਜੇ 35,000 ਮਾਰਿਆ ਗਿਆ ਤੇ ਬਹੁਤ ਮਾੜੀ ਗੱਲ ਆ। 35,000 ਦਾ ਅੰਕੜਾ ਤੇ ਆ ਗਿਆ, ਪਰ 25,000 ਲਾਵਾਰਸ ਲਾਸ਼ ਦਾ
ਅੰਕੜਾ ਲਿਆਉਂਦੇ ਜਸਵੰਤ ਸਿੰਘ ਖਾਲੜਾ ਵੀ ਇੱਕ ਲਵਾਰਸ਼ ਲਾਸ਼ ਬਣਾ ਦਿੱਤੇ ਜਾਂਦੇ ਆ। ਜਾਂਚ ਸਾਰੀ ਹੋਣੀ ਚਾਹੀਦੀ ਆ, ਕਿਹਨੇ ਹੋਇਆ, ਕਿੱਥੇ ਕਰਵਾਇਆ। ਹੋ ਸਕਦਾ ਇਹਨਾਂ ਨੇ ਖੁਦ ਹੀ ਕੀਤਾ ਹੋਵੇ। ਜਿਹੜੇ ਲੋਕ ਜਿਹੜੇ ਡੀਜੀਪੀ ਬਣਦੇ ਆ, ਜਿਹੜੀ ਆਪਣੀ ਮਾਸੀ ਆਪਣੀ ਭੈਣ ਦੇ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਲੈਂਦੇ ਆ, ਉੱਥੇ ਵੀ ਆਪਣਾ ਰੋਬ ਵਰਤਦੇ ਆ। ਕੀ ਇਹ ਆਪਣੇ ਹਿੰਦੂ ਭਰਾਵਾਂ ਨੂੰ ਇਹ ਖੁਦ ਨਹੀਂ ਕਤਲ ਕਰ ਸਕਦੇ ਤੇ ਖਾੜਕੂ ਸਫਾ ਦੇ ਗੱਲ ਨਹੀਂ ਮੜਿਆ ਜਾ ਸਕਦਾ? ਜ਼ਰੂਰੀ ਇਹ ਵੀ ਜਾਂਚ ਦਾ ਵਿਸ਼ਾ ਆ। ਬਹੁਤ ਕੁਛ ਆ, ਜਾਣ ਬੁੱਝ ਕੇ ਮੰਦਰਾਂ ਵਿੱਚ ਬੀੜੀਆਂ ਗੁਰਦੁਆਰਿਆਂ ਵਿੱਚ ਬੀੜੀਆਂ ਸਟਾਉਣੀਆਂ, ਮੰਦਰਾਂ ਵਿੱਚ ਮਾਸ ਸਟਾਉਣਾ, ਇਹ ਏਜੰਸੀਆਂ ਦਾ ਕੰਮ ਸੀਗਾ। ਇਹ ਖੁਦ ਕਰਵਾਇਆ, ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਹਿੰਦੂਆਂ ਵੀਰਾਂ ਦੀ ਕਤਲੇਆਮ ਦੇ ਦੋਸ਼ੀ ਵੀ ਇਹ ਦਾਗੀ ਪੁਲਿਸ ਹੀ ਨਿਕਲੂਗੀ। ਖਾਲਸਾ ਜੀ, ਗੱਲ ਕੀਤੀ ਜਾਵੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਬਾਦਲ ਪਰਿਵਾਰ ਪੰਥ ਹਿਤੈਸ਼ੀ ਕਹਾ ਰਿਹਾ ਵਾ ਤੇ ਸਿੱਖ ਜਥੇਬੰਦੀਆਂ ਨੇ, ਤੁਸੀਂ ਹੈਗੇ ਹੋਰ ਵੱਡੀਆਂ ਸਿੱਖ ਜਥੇਬੰਦੀਆਂ ਭਾਵੇਂ ਦਮਦਮੀ ਟਕਸਾਲ ਲੈ ਲਈਆਂ, ਹੋਰ ਹੈਗੀਆਂ ਨੇ, ਉਹ ਪੰਥ ਦੀ ਲੜਾਈ ਲੜ ਰਹੀਆਂ ਨੇ। ਅਸਲ ਦੇ ਵਿੱਚ ਬਾਦਲ ਪਰਿਵਾਰ ਪੰਥ ਦੇ ਨਾਲ ਰਾਜਨੀਤਿਕ ਲੜਾਈ ਲੜ ਰਿਹਾ ਵਾ, ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਤੁਸੀਂ ਸਾਰੇ ਜਥੇਬੰਦੀਆਂ ਉੱਥੇ ਆ ਕੇ ਫੇਲ ਸਾਬਿਤ ਹੋ ਜਾਂਦੇ। ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਆਉਂਦੀ ਹੈ ਤਾਂ ਬਾਦਲ ਪਰਿਵਾਰ ਕਾਬਜ਼ ਹੋ ਜਾਂਦਾ ਹੈ। ਜਦੋਂ ਆਮ ਚੋਣਾਂ ਹੁੰਦੀਆਂ ਨੇ, ਉਹ ਭਾਵੇਂ ਕਿ ਹੁਣ ਵਿਧਾਨ ਸਭਾ ਚੋਣਾਂ ਵਿੱਚ ਨਾ ਸਫਾਇਆ ਹੋ ਚੁੱਕਿਆ, ਆਮ ਚੋਣਾਂ ਆਉਂਦੀਆਂ ਨੇ ਉਹਨਾਂ ਵਿੱਚ ਬਾਦਲ ਪਰਿਵਾਰ ਫਿਰ ਕਾਬਜ਼ ਹੋ ਜਾਂਦਾ। ਕਿ ਜਿਹੜੇ ਸਿੱਖ ਲੀਡਰਸ਼ਿਪ ਨੂੰ, ਅਸਲ ਲੀਡਰਸ਼ਿਪ ਜਿਹੜੀ ਤੁਸੀਂ ਹੈਗੇ ਲੋਕ, ਤੁਹਾਨੂੰ ਲੋਕ ਐਕਸੈਪਟ ਕਿਉਂ ਨਹੀਂ ਕਰਦੇ? ਕੀ ਕਾਰਨ ਹੈ ਇਹਦਾ? ਦੇਖੋ ਜੀ, ਜਿਹੜੀ ਗੱਲ ਹੈਗੀ ਆ ਕਿ ਸਾਡਾ ਬਹੁਤ ਧੜਿਆਂ ਵਿੱਚ ਵੰਡਿਆ ਰਹਿਣਾ ਤੇ ਇੱਕ ਤਰ੍ਹਾਂ ਦੀ ਜਿਹੜੀ ਇਕਸੁਰਤਾ ਨਾ ਬਣ ਸਕਣਾ, ਇਹ ਇੱਕ ਵੱਡਾ ਕਾਰਨ ਆ। ਤੇ ਦੂਜਾ, ਜਿੰਨੇ ਵੀ ਲੋਕ ਲੜਾਈ ਲੜਨ ਵਾਲੇ ਆ, ਇਹ ਫਾਈਨੈਂਸ਼ਲੀ ਕਮਜ਼ੋਰ ਲੋਕ ਆ, ਉਹ ਸਰਮਾਏਦਾਰ ਲੋਕ ਆ। ਉਹ 2000 ਰੁਪਈਏ ਦੇ ਵੱਟੇ ਵੀ ਵੋਟ ਲੈ ਜਾਂਦੇ ਆ ਤੇ ਸ਼ਰਾਬ ਦੀ ਬੋਤਲ ਦੇ ਬਦਲੇ ਵੀ ਵੋਟ ਲੈ ਜਾਂਦੇ ਆ। ਤੇ ਜਿਹੜੀ ਇਲੈਕਸ਼ਨ ਆ, ਇਹ ਪੈਸੇ ਦੀ ਹੋ ਕੇ ਰਹਿ ਗਈ ਆ। ਅੱਜ ਤੁਸੀਂ ਦੇਖ ਲਓ ਕਿ ਸਾਰੇ ਚਾਰ ਚੁਫੇਰੇ ਧਿਆਨ ਮਾਰ ਲਓ, ਜਿੰਨੀਆਂ ਵੀ ਇਲੈਕਸ਼ਨਸ ਹੋਈਆਂ ਆ, ਉਹਨਾਂ ਨੂੰ ਇਲੈਕਸ਼ਨ ਕੈਪਚਰ ਕੀਤੀ ਜਾਂਦੀ ਆ, ਇਲੈਕਸ਼ਨ ਜਿੱਤੀ ਨਹੀਂ ਜਾਂਦੀ। ਜੇ ਪਾਰਦਰਸ਼ੀ ਇਲੈਕਸ਼ਨਾਂ ਹੋਣ ਤੇ ਚੰਗੇ ਬੰਦੇ ਆਉਣੇ ਸੁਭਾਵਿਕ ਹੈਗੇ ਆ। ਖਾਲਸਾ ਜੀ, ਲਾਕਡਾਊਨ ਦੌਰਾਨ ਜਿਵੇਂ ਇੱਥੇ ਕਬੱਡੀ ਖਿਡਾਰੀ ਤੁਹਾਡੇ ਕਪੂਰਥਲੇ, ਉਹਦਾ ਕਤਲ ਮਰਡਰ ਹੋਇਆ, ਪੁਲਿਸ ਵੱਲੋਂ ਕੀਤਾ ਗਿਆ, ਖਾਸ ਤੌਰ ਤੇ ਇੱਕ ਦੋ ਹੋਰ ਅਜਿਹੇ ਮਰਡਰ ਹੋਏ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਤਾਂ ਸਿੱਧਾ ਜਿਹੜਾ ਤੁਹਾਡਾ 35,000 ਹਿੰਦੂ ਵੀਰਾਂ ਵਾਲੇ ਕਤਲ ਵਾਲੀ ਗੱਲ, ਉਹਦੇ ਨਾਲ ਇਹਨੂੰ ਮੈਚ ਕਰਕੇ ਆਪਾਂ ਦੇਖ ਸਕਦੇ ਹਾਂ। ਜੇ ਅੱਜ ਤੁਹਾਡਾ ਮੀਡੀਆ ਵਾਲਿਆਂ ਦਾ, ਵੀਰਾਂ ਦਾ, ਕਿੰਨਾ ਸੋਸ਼ਲ ਮੀਡੀਆ ਆਪਣੇ ਆਪ 'ਚ ਇੱਕ ਮੀਡੀਆ ਬਣ ਗਿਆ, ਆਪਣੇ ਆਪ 'ਚ ਇੱਕ ਧਿਰ ਬਣ ਗਿਆ। ਸੋਸ਼ਲ ਮੀਡੀਆ ਹੋਣੀ ਨੂੰ ਅਣਹੋਣੀ ਕਰ ਦਿੰਦਾ। ਡੀਜੀਪੀ ਵਰਗਿਆਂ ਨੂੰ, ਮੁੱਖ ਮੰਤਰੀ ਵਰਗਿਆਂ ਨੂੰ ਪੋਸਟਾਂ ਕਈ ਵਾਰ ਵਾਪਸ ਲੈਣੀਆਂ ਪੈਂਦੀਆਂ। ਅੱਜ ਦੇ ਜ਼ਮਾਨੇ ਵਿੱਚ ਜੇ ਪੁਲਿਸ ਐਡੀ ਬਾਗੀ ਹੋਈ ਫਿਰਦੀ ਆ, ਪਰਮਜੀਤ ਵਰਗੇ ਭੂਸਰੇ ਫਿਰਦੇ ਆ ਐਸਆਈ ਜਿਹੜੇ ਸਿੱਧੀਆਂ ਗੋਲੀਆਂ ਮਾਰਦੇ ਆ, ਤੇ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਦਾ ਟਾਈਮ ਸੀ ਜਦੋਂ ਕਿਸੇ ਨੂੰ ਪਤਾ ਹੀ ਨਹੀਂ, ਪੁਲਿਸ ਫੜ ਕੇ ਮੁੰਡੇ ਨੂੰ ਲੈ ਗਈ, 15-15 ਦਿਨ, ਮਹੀਨਾ 2-2 ਮਹੀਨੇ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਆ। ਉਦੋਂ ਤੇ ਅੱਜ ਦੇ ਹਾਲਾਤਾਂ ਵਿੱਚ ਨਹੀਂ ਜਿਹੜੀ ਪੁਲਿਸ ਟਿਕਦੀ, ਉਦੋਂ ਕੀ ਕਰਦੀ ਹੋਊਗੀ। ਇਸ ਕਰਕੇ ਜਿਹੜੇ ਅੱਜ ਇਹ ਹੋਇਆ ਵਾ, ਤੇ ਜਿਹੜਾ ਕਿਲੀ ਬੋਦਲੇ 'ਚ ਜੱਜ ਸਿੰਘ ਨਾਲ ਹੋਇਆ ਵਾ, ਉਹ ਗੈਂਗਸਟਰਾਂ ਨੇ ਮਾਰਿਆ ਵਾ, ਆਪਣੇ ਨਸ਼ਾ ਤਸਕਰਾਂ ਨੇ। ਵਾਹਿਗੁਰੂ, ਨਸ਼ਾ ਤਸਕਰਾਂ ਨੇ ਮਾਰਿਆ। ਅਸੀਂ ਕਹਿੰਦੇ ਨਸ਼ਾ ਖਤਮ ਕਰਤਾ, ਉਹ ਨਸ਼ਾ ਵੇਚਣ ਵਾਲੇ ਲੋਕਾਂ ਨੇ ਨੌਜਵਾਨ ਦੀ ਹੱਤਿਆ ਕਰਤੀ। ਇੱਥੇ ਵੀ ਜਿਹੜਾ ਆਪਣਾ ਲੱਖਣ ਕੇ ਪੱਡੇ ਵਾਲੀ ਗੱਲ ਹੈਗੀ, ਲੱਖਣ ਪਿੰਡ ਲੱਖਣ ਦੀ, ਅਰਵਿੰਦਰ ਭਲਵਾਨ ਦੀ, ਉੱਥੇ ਵੀ ਦੱਸਿਆ ਜਾ ਰਿਹਾ ਵਾ ਕਿ ਕੋਈ ਨਸ਼ੇ ਨਾਲ ਉਹਨਾਂ ਲੋਕਾਂ ਦਾ ਸੰਬੰਧ ਸੀਗਾ। ਮਤਲਬ ਕਿ ਗੁੰਡਾ ਤੰਤਰ ਜਿਹੜਾ ਉਹ ਭਾਰੀ ਹੋਇਆ। ਸਰਕਾਰ ਨਾ ਦੀ ਸਰਕਾਰ ਆ, ਸਰਕਾਰ ਵਰਗੇ ਕੋਈ ਕੰਮ ਨਹੀਂ ਹੋ ਰਹੇ। ਜੇ ਸਰਕਾਰ ਦਾ ਕੋਈ ਡਰ ਹੋਵੇ, ਪ੍ਰਸ਼ਾਸਨ ਦਾ ਕੋਈ ਡਰ ਹੋਵੇ, ਭੈ ਹੋਵੇ, ਜਾਂ ਕਾਨੂੰਨ ਦਾ ਕੋਈ ਡਰ ਹੋਵੇ, ਤੇ ਫਿਰ 6 ਦੀਆਂ 6 ਗੋਲੀਆਂ ਪਰਮਜੀਤ ਵਰਗੇ ਗੁੰਡੇ ਦੇ ਪਿਸਤੌਲ ਚੋਂ ਨਿਕਲ ਕੇ ਅਰਵਿੰਦਰ ਭਲਵਾਨ ਦਾ ਖੂਨ ਨਹੀਂ ਪੀ ਸਕਦੀਆਂ। ਖਾਲਸਾ ਜੀ, ਅਖੀਰ ਸਵਾਲ, ਸਮੇਸ਼ ਲੈਣ ਤੇ ਐਫਆਈਆਰ ਵੀ ਦਰਜ ਹੋ ਗਈ ਹੈ, ਮਾਮਲਾ ਭਖ ਵੀ ਗਿਆ ਹੈ, ਪਰ ਅਗਾਊਂ ਜ਼ਮਾਨਤ ਮਿਲ ਗਈ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਅੱਗੇ ਕਿੰਨਾ ਚਿਰ ਕਿ ਜਿਵੇਂ ਪਹਿਲੇ 29 ਸਾਲ ਸਾਨੂੰ ਵੇਟ ਕਰਨੀ ਪਈ ਹੈ, ਦੁਬਾਰਾ ਕੇਸ ਰਜਿਸਟਰਡ ਹੋਇਆ ਹੈ, ਤੇ ਇਹ ਅਗਾਂਹ ਕੀ ਹੋਏਗਾ, ਤੁਹਾਨੂੰ ਕੀ ਲੱਗਦਾ ਜੀ? ਦੇਖੋ ਜੀ, ਇਹ ਤਾਂ 29 ਸਾਲ ਪੁਰਾਣੀ ਆਪਾਂ ਗੱਲ ਕਰ ਰਹੇ ਹਾਂ ਨਾ। ਆਪਾਂ 2015 'ਚ ਬੇਅਦਬੀਆਂ ਹੋਈਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਤੇ ਤੁਸੀਂ ਅਸੀਂ ਚੰਗੀ ਤਰ੍ਹਾਂ ਵਾਚਿਆ। 29 ਸਾਲ ਪਹਿਲਾਂ ਤਾਂ ਸ਼ਾਇਦ ਮੈਂ ਵੀ ਛੋਟਾ ਹੋਵਾਂ, ਤੁਸੀਂ ਹੋਰ ਛੋਟੇ ਹੋਵੋਗੇ। ਇਹ 4 ਸਾਲ ਵਿੱਚ ਹੀ ਕਿੰਨਾ ਘਟਨਾਕ੍ਰਮ ਹੁੰਦਾ। ਗੁਰੂ ਸਾਹਿਬ ਦੇ ਅੰਗਾਂ ਦੇ ਉੱਤੇ ਕੁਰਸੀਆਂ ਲੈ ਲਈਆਂ ਜਾਂਦੀਆਂ, ਗੁਰੂ ਸਾਹਿਬ ਦੇ ਅੰਗਾਂ ਨੂੰ ਅੱਗੇ ਕਰਕੇ ਬੇਅਦਬੀ। ਜਿਹੜੇ ਲੋਕ ਬੇਅਦਬੀ ਦੀ ਗੱਲ ਕਰਦੇ ਸੀ ਕੁਰਸੀਆਂ ਤੇ ਬਹਿ ਜਾਂਦੇ ਆ, ਪਰ ਬੇਅਦਬੀ ਦਾ ਇਨਸਾਫ ਕੋਈ ਨਹੀਂ। ਅੱਜ ਜੇ ਪਰਚਾ ਦਰਜ ਹੁੰਦਾ ਵਾ ਮਟੌਰ ਥਾਣੇ 'ਚ, ਪੰਜਾਬ ਪੁਲਿਸ, ਪੰਜਾਬ ਸਰਕਾਰ ਦੇ ਹੁੰਦਿਆਂ ਕੈਪਟਨ ਹੁੰਦੇ, ਪਰਚਾ ਦਰਜ ਕਰ ਲਿਆ। ਜਦੋਂ ਮਾਰੀ ਸੈਂਟਰ ਨੇ ਘੁਰਕੀ ਵੀ ਤੂੰ ਕਿਵੇਂ ਬਈ,
ਸਾਡੇ ਬੰਦੇ ਉੱਤੇ, ਕਿਉਂਕਿ ਡੀਜੀਪੀ ਦਾ ਕਿਹੜਾ ਸਮੇਧ ਸੈਣੀ ਦਾ ਇੱਥੇ ਥੋੜ੍ਹੋ ਤਾਰ ਹੈਗੀ ਤਾਂ ਦਿੱਲੀ ਖੜਕਦੀ ਹੈ। ਜਦੋਂ ਦਿੱਲੀ ਵਾਲਿਆਂ ਨੇ ਘੁਰਕੀ ਮਾਰੀ ਨਾਲ ਦੀ ਨਾਲ ਹੀ ਜ਼ਮਾਨਤ ਵੀ ਦਵਾਤੀ ਹੈ। ਮੈਨੂੰ ਨਹੀਂ ਲੱਗਦਾ ਕੁਝ ਹੋਵੇ। ਇਹ ਇੱਕ ਅੱਖਾਂ ਪੂੰਝਣ ਵਾਸਤੇ ਪਰਚਾ ਦਰਜ ਕੀਤਾ ਗਿਆ ਵਾ ਕਿ ਹਾਂ ਹੋ ਜਾਏ ਵੀ ਬੱਲੇ ਬੱਲੇ ਪਰਚਾ ਦਰਜ ਕਰਤਾ। ਜੇ ਪਰਚਾ ਦਰਜ ਕਰਨਾ ਹੁੰਦਾ ਫਿਰ ਸੈਸ਼ਨ ਵਿੱਚੋਂ ਜ਼ਮਾਨਤ ਨਹੀਂ ਮਿਲਦੀ ਹੁੰਦੀ। ਸਾਡੇ ਤੇ ਪਰਚੇ ਹੁੰਦੇ ਆ ਕੋਈ ਛੋਟੇ ਛੋਟੇ, ਕੋਈ ਕਦੇ ਝੂਠੀ 452 ਲਾਤੀ, ਕਦੇ 307 ਲਾਤੀ, ਦੂਜਾ ਤੀਜਾ, ਤੇ 6-6 ਮਹੀਨੇ ਜੇਲ੍ਹਾਂ 'ਚ ਲਵਾ ਦਿੰਦੇ ਆ। ਜ਼ਮਾਨਤ ਨਹੀਂ ਹੁੰਦੀ ਤੇ ਉਹਨੂੰ ਅਗਾਊ ਜ਼ਮਾਨਤ ਮਿਲ ਗਈ, ਉਹ ਵੀ ਸੈਸ਼ਨ ਤੋਂ। ਸਾਡੀ ਕਦੇ ਹਾਈ ਕੋਰਟ ਤੋਂ ਨਹੀਂ ਹੋਈ। ਅਸੀਂ ਇਹ ਪ੍ਰਕਿਰਿਆ ਹੰਢਾਈ ਆ। ਇਸ ਕਰਕੇ ਜਦੋਂ ਕਿਸੇ ਕੇਸ ਵਿੱਚ ਜ਼ਮਾਨਤ ਹੋ ਜਾਂਦੀ ਉਹਦਾ ਲੱਕ ਹੀ ਟੁੱਟ ਜਾਂਦਾ, ਉਹਦੇ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ। ਜਿੰਨਾ ਚਿਰ ਜ਼ਮਾਨਤ ਨਹੀਂ ਹੁੰਦੀ ਉਹਨਾਂ ਚਿਰ ਹੀ ਭਾਰ ਹੁੰਦਾ। ਜਦੋਂ ਜ਼ਮਾਨਤ ਹੋ ਜਾਂਦੀ ਉਹ ਤਾਂ ਫਿਰ ਗੱਲ ਖਤਮ ਹੋ ਜਾਂਦੀ ਹੈ। ਸਤਨਾਮ ਸਿੰਘ ਕਲੇਰ ਜਿਹੜੇ ਵਕੀਲ ਸੀਗੇ ਸਮੇਧ ਸੈਣੀ ਦੇ ਪਹਿਲਾਂ, ਉਹਨਾਂ ਵੱਲ ਇਹ ਜਿਹੜੇ ਵਕੀਲ ਨੇ ਸਤਨਾਮ ਸਿੰਘ ਕਲੇਰ, ਖਬਰ ਆਏ ਵੀ ਨੇ ਜਿਹੜਾ ਉਹਨਾਂ ਦੇ ਸਪੁੱਤਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਕਿਸੇ ਅਹੁਦੇ ਤੇ ਵੀ ਬਿਰਾਜਮਾਨ ਨੇ। ਜਦੋਂ ਉਹ ਵਕੀਲ ਬਣਦੇ ਨੇ ਸਿੱਖ ਸੰਗਤ ਵਿੱਚ ਜਾਂਦੀ ਹੈ ਗੱਲ ਵੀ ਯਾਰ ਅੱਜ ਵੀ ਸਤਨਾਮ ਸਿੰਘ ਕਲੇਰ ਏਡੀ ਵੱਡੀ ਗੱਲ ਤੇ ਸਮੇਧ ਸੈਣੀ ਦੇ ਨਾਲ ਖੜੇ ਨੇ, ਵਿਰੋਧ ਹੁੰਦਾ ਤੇ ਉਹ ਆਪਣਾ ਫੈਸਲਾ ਵਾਪਸ ਲੈ ਲੈਂਦੇ, ਮੈਂ ਇਹਦਾ ਕੇਸ ਨਹੀਂ ਲੜੂੰਗਾ। ਇਸ ਨੂੰ ਤੁਸੀਂ ਕਿਵੇਂ ਦੇਖਦੇ? ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਵਾਂ ਕਿ ਕਲੇਰ ਤੇ ਆਮ ਐਡਵੋਕੇਟ ਆ, ਵਿਚਾਰੇ ਆਉਣਾ ਹੀ ਸੀ ਵਾਪਸ। ਇਹ ਸੋਸ਼ਲ ਮੀਡੀਆ ਦਾ ਦਬਾਅ ਆ ਵੀ ਮੈਂ ਇੱਕ ਚੰਗਾ ਸਾਬਤ ਹੁੰਦਾ ਰਹਾਂ। ਪਰ ਸਾਨੂੰ ਉਹਨਾਂ ਨੂੰ, ਕਲੇਰ ਸਾਹਿਬ ਹੁਣਾਂ ਨੂੰ ਇਹ ਚਾਹੀਦਾ ਵਾ ਕਿ ਕਰਤੇ ਦੀ ਦਰਗਾਹ ਵਿੱਚ ਜਾ ਕੇ ਲੇਖਾ ਦੇਣਾ ਪੈਣਾ ਵਾ। ਜਿਨ੍ਹਾਂ ਲੋਕਾਂ ਨੇ ਨੌਜਵਾਨੀ ਦੇ ਖੂਨ ਨਾਲ ਆਪਣੇ ਹੱਥ ਰੰਗੇ ਆ, ਖੂਨ ਪੀਤਾ ਆ, ਉਹਨਾਂ ਲੋਕਾਂ ਦੇ ਸਾਨੂੰ ਕੇਸ ਲੜ ਕੇ ਪਾਪਾਂ ਦੇ ਭਾਗੀ ਨਹੀਂ ਬਣਨਾ ਚਾਹੀਦਾ। ਤੇ ਇਹ ਨਹੀਂ ਹੈਗਾ ਕਿ ਹੁਣ ਜਦੋਂ ਮੀਡੀਆ ਦਾ ਪ੍ਰੈਸ਼ਰ ਪੈ ਗਿਆ ਜਾਂ ਲੋਕਾਂ ਵਿੱਚ ਬਦਨਾਮੀ ਹੋਣ ਲੱਗੀ ਤਾਂ ਅਸੀਂ ਪਿੱਛੇ ਹਟ ਜਾਈਏ। ਅੰਦਰਲੀ ਸੋਚ ਦਾ ਪ੍ਰਗਟਾਵਾ ਤੁਹਾਡੀ ਦਾ ਹੋ ਚੁੱਕਾ ਆ, ਤੁਸੀਂ ਕੀ ਹੋ। ਤੇ ਇਸ ਕਰਕੇ ਜਾਂ ਤਾਂ ਤੁਹਾਨੂੰ ਬਾਬਰ ਕੇ ਨਾਲ ਰਹਿਣਾ ਪਊਗਾ ਜਾਂ ਬਾਬੇ ਕੇ ਨਾਲ ਰਹਿਣਾ ਪਊਗਾ। ਜੇ ਬਾਬਰ ਕੇ ਰਹਿਣਾ ਤੇ ਰਹੋ, ਪਰ ਇਹ ਗਿਰਗਿਟ ਵਾਲਾ ਕੰਮ ਨਹੀਂ ਚੱਲਦਾ। ਕੌਮ ਗਿਰਗਿਟ ਵਾਲੇ ਵਾਂਗੂ ਰੰਗ ਬਦਲਣ ਵਾਲਾ ਕੋਈ ਆਗੂ ਹੋਵੇ, ਕੋਈ ਵਕੀਲ ਹੋਵੇ, ਕੋਈ ਅਫਸਰ ਹੋਵੇ, ਉਹਨੂੰ ਪ੍ਰਵਾਨ ਨਹੀਂ ਕਰਦੀ। ਮਿਹਰਬਾਨੀ ਜੀ, ਤੁਹਾਡਾ ਵੀ ਧੰਨਵਾਦ ਜੀ। ਇਹ ਸਨ ਭਾਈ ਸੁਖਜੀਤ ਸਿੰਘ ਖੋਸਾ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ ਨੇ। ਉਹਨਾਂ ਨੇ ਇਹ ਕਿਹਾ ਵੀ ਜਿੱਥੇ ਆਮ ਬੰਦੇ ਦੇ ਉੱਤੇ ਛੋਟੀ ਧਾਰਾ ਲੱਗਦੀ ਤਾਂ ਉਹਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ, ਤੇ ਐਡੇ ਵੱਡੇ ਸੰਗੀਨ ਇਲਜ਼ਾਮਾਂ ਤੋਂ ਬਾਅਦ ਵੀ ਸਮੇਧ ਸੈਣੀ ਨੂੰ ਜਿਹੜੀ ਅਗਾਊਂ ਜ਼ਮਾਨਤ ਮਿਲੀ ਹੈ ਉਹ ਕਿਤੇ ਨਾ ਕਿਤੇ ਸ਼ੰਕੇ ਖੜੀ ਕਰਦੀ ਹੈ। ਕਿਉਂਕਿ ਹੁਣ ਤੱਕ ਕੀ ਹੈ, ਸਿੱਖਾਂ ਦਾ ਧੱਕਾ ਹੁੰਦਾ ਆ ਰਿਹਾ। ਐਡੇ ਵੱਡੇ ਇਲਜ਼ਾਮਾਂ ਤੋਂ ਬਾਅਦ ਸਮੇਧ ਸੈਣੀ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਸੀ। ਇਹ ਇੱਥੇ ਚੀਜ਼ ਖਤਮ ਹੋ ਜਾਣੀ ਚਾਹੀਦੀ ਸੀ। ਸਜ਼ਾ ਜਿਹੜੀ ਹੈ ਉਹ ਉਹਨਾਂ 'ਤੇ ਪੁਖਤਾ ਹੋਣੀ ਚਾਹੀਦੀ ਸੀ, ਕਿਉਂਕਿ ਪਹਿਲੇ 29 ਸਾਲ ਦਾ ਸਮਾਂ ਬਹੁਤ ਸੀਗਾ ਜਿਹੜਾ ਅਸੀਂ ਵੇਟ ਕੀਤੀ ਹੈ। ਹੋਰ ਵੇਟ ਕਰਨ ਦਾ ਕੋਈ ਸਮਾਂ ਨਹੀਂ। ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਜਿਹੜਾ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ, ਉਹਨਾਂ ਨੇ ਦੱਸਿਆ ਵੀ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਵੀ ਅਜਿਹੀ ਘਟਨਾਵਾਂ ਹੋ ਰਹੀਆਂ, ਤੇ ਉਹ ਸਮਾਂ ਅੱਜ ਤੋਂ 30 ਸਾਲ ਪਿੱਛੇ ਚੱਲ ਜਾਈਏ ਤਾਂ ਉਸ ਟਾਈਮ ਤਾਂ ਖਬਰਾਂ ਵੀ ਬਹੁਤ ਲੇਟ ਲੋਕਾਂ ਤੱਕ ਪਹੁੰਚਦੀਆਂ। ਉਸ ਸਮੇਂ ਕੀ ਹੋਇਆ ਇਹ ਤਾਂ ਰੱਬ ਹੀ ਜਾਣਦਾ। ਮੈਂ ਇੰਦਰਪਾਲ ਸਿੰਘ ਧੁੰਨਾ, ਡਾਕਟਰ ਪ੍ਰਵਿੰਦਰ ਸਿੰਘ ਗੋਗਨਾ ਦੇ ਨਾਲ ਵੇਖਦੇ ਰਹੋ ਪ੍ਰਾਈਮ ਮੁੱਦੇ। ਸਤਿ ਸ਼੍ਰੀ ਅਕਾਲ।